ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹਾਂ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਵਿਸਤਾਰ 'ਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਕਲਕੱਤਾ 'ਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਤਰਜ਼ ਤੇ ਬਣਾਏ ਗਏ ਪੰਡਾਲ ਤੇ SGPC ਪ੍ਰਧਾਨ ਨੇ ਲਿਆ ਸਖਤ ਨੋਟਿਸ। ਲੱਗਿਆ ਜਿਮਨੀ ਚੋਣਾਂ ਦਾ ਅਖਾੜਾ, ਸੁਖਬੀਰ ਕੈਪਟਨ ਅਤੇ ਭਗਵੰਤ ਮਾਨ ਨੇ ਕੁਰਸੀ ਲਈ ਖੇਡੇ ਵੱਡੇ ਦਾ ਖੋਲੇ ਪੱਤੇ। ਸ਼ਰਮਨਾਕ ਕੈਪਟਨ ਸਰਕਾਰ ਦੀ ਬੇਰੁਖੀ ਕਾਰਨ 31 ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਰੁਲ ਰਹੀਆਂ ਨੇ ਪੰਜਾਬ ਦੀਆਂ ਧੀਆਂ, ਮਰਨ ਕਿਨਾਰੇ ਬੈਠੇ ਅਧਿਆਪਕਾਂ ਦੀ ਜ਼ਿੰਦਗੀ ਨਰਕ। ਕੈਪਟਨ ਦੀ ਮਨਮਰਜ਼ੀ ਤੋਂ ਤੰਗ ਆ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੇ ਖੂਨ ਨਾਲ ਸੋਨੀਆ ਗਾਂਧੀ ਅਤੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ। ਕੀ ਸੋਨੀਆ ਗਾਂਧੀ ਅਤੇ ਰਾਸ਼ਟਰਪਤੀ ਉੱਪਰ ਹੋਵੇਗਾ ਲਹੂ ਨਾਲ ਲਿਖੀ ਚਿੱਠੀ ਦਾ ਅਸਰ? ਮਨਜੀਤ ਸਿੰਘ ਧਨੇਰ ਦੀ ਸਜ਼ਾ ਦਾ ਮਾਮਲਾ ਹੋਇਆ ਗਰਮ। ਸਰਕਾਰ ਅਤੇ ਕਾਨੂੰਨ ਦੀ ਬੇਇਨਸਾਫੀ ਖਿਲਾਫ 42 ਜਥੇਬੰਦੀਆਂ ਨੇ ਖੋਲ੍ਹੀ ਜੰਗ। ਦਰਿੰਦਗੀ ਦੀਆਂ ਹੱਦਾਂ ਹੋਈਆਂ ਪਾਰ, ਕਿਸਾਨ ਨੂੰ ਘਰ ਦੇ ਬਾਹਰ ਬੁਲਾ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌਤ ਦੇ ਘਾਟ। ਹੁਣ ਖਬਰਾਂ ਵਿਸਤਾਰ ਨਾਲ। ਕੋਲਕਾਤਾ 'ਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਨਕਲ ਕਰਕੇ ਇੱਕ ਪੰਡਾਲ ਬਣਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ, ਜਿਸ ਦੇ ਚੱਲਦੇ ਇਸ ਮਾਮਲੇ ਤੇ ਸਖਤ ਨੋਟਿਸ ਲੈਂਦਿਆਂ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ। ਪ੍ਰਧਾਨ ਸਾਹਿਬ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸਿੱਖ ਸਮਾਜ ਦੇ ਨਾਲ ਇਸ ਤਰ੍ਹਾਂ ਦੇ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਜੋ ਸਾਡੀ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚਾਉਂਦੇ ਨੇ, ਜਿਸ ਦੇ ਚੱਲਦਿਆਂ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ ਵੇਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਜਿਹੜੀ ਇੱਕ ਉਹਨਾਂ ਨੇ ਤਸਵੀਰ ਇੱਕ ਪੰਡਾਲ ਦੇ ਵਿੱਚ ਉਸ ਤਰ੍ਹਾਂ ਦੀ ਬਣਾਈ ਹੈ ਉੱਥੇ ਸਾਰੀ ਉਹਦੀ ਜਿਹੜੀ ਹੈ ਸੋਸ਼ਲ ਮੀਡੀਆ ਤੇ ਵੀ ਤਸਵੀਰ ਜਿਹੜੀ ਆ ਵਾਇਰਲ ਹੋਈ ਹੈ ਔਰ ਉਹ ਤਸਵੀਰ ਦੇਖ ਕੇ ਸਾਰੇ ਸਿੱਖ ਹਿਰਦਿਆਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ, ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਜਿਹੜੀ ਤਸਵੀਰ ਹੈ ਜਾਂ ਇਹਦਾ ਕੋਈ ਮਾਡਲ ਹੈ ਨਹੀਂ ਕੋਈ ਬਣਾ ਸਕਦਾ। ਇਸ ਤਰ੍ਹਾਂ ਦਾ ਕੋਈ ਹੋਰ ਧਰਮ ਦਾ ਪ੍ਰੋਗਰਾਮ ਹੋਵੇ ਉੱਥੇ ਬਣਾਇਆ ਜਾਵੇ ਤਾਂ ਇਹ ਸਿੱਖ ਰਵਾਇਤਾਂ ਦੇ, ਸਿੱਖ ਸਿਧਾਂਤਾਂ ਦੇ, ਸਿੱਖ ਪਰੰਪਰਾ ਦੇ ਬਹੁਤ ਉਲਟ ਹੈ। ਸੋ ਇਸ ਕਰਕੇ ਅਸੀਂ ਇਹਦਾ ਨੋਟਿਸ ਲਿਆ ਹੈਗਾ ਔਰ ਅਸੀਂ ਇਹ ਆਪਣੇ ਜਿਹੜਾ ਮਿਸ਼ਨ ਹੈ ਉਹ ਉੱਥੋਂ ਦਾ ਕਲਕੱਤੇ ਦਾ ਔਰ ਉਹਦੀ ਵੀ ਡਿਊਟੀ ਲਾਈ ਹੈ ਕਿ ਉਹ ਸਾਰੀ ਪੂਰੀ ਇਸ ਗੱਲ ਦੀ ਪੜਤਾਲ ਕਰੇ ਔਰ ਜਿਹੜੇ ਵੀ ਸ਼ਰਾਰਤੀ ਲੋਕ ਅਜਿਹੀਆਂ ਗੱਲਾਂ ਕਰਦੇ ਨੇ ਔਰ ਮੈਂ ਸਮਝਦਾ ਕਿ ਉਹ ਲੋਕ ਐਸੇ ਲੋਕ ਨੇ ਜਿਹੜੇ ਸਾਰਾ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਨੇ। ਸੋ ਅਸੀਂ ਜਿਹੜਾ ਸਾਈਬਰ ਕ੍ਰਾਈਮ ਵਿਭਾਗ ਹੈ ਉਹਨੂੰ ਵੀ ਲਿਖਿਆ ਕਿ ਉਹਨਾਂ ਦੇ ਤੁਰੰਤ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਕੋਈ ਨਾ ਕਰੇ, ਕਿਉਂਕਿ ਇਹ ਇੱਕ ਧਾਰਮਿਕ ਇਸ਼ੂ ਹੈ ਔਰ ਜਿਹਦੇ ਨਾਲ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਜੋ ਵੀ ਐਸੀਆਂ ਗੱਲਾਂ ਹੁੰਦੀਆਂ ਨੇ ਉਹ 'ਤੇ ਇਤਰਾਜ਼ ਵੀ ਕਰਦੀਆਂ ਨੇ, ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜੀ ਹੈ ਕੇਸ ਕਰਦੇ ਹਾਂ, ਕਾਨੂੰਨੀ ਕਾਰਵਾਈ ਵੀ ਕਰਦੇ ਹਾਂ। ਬਿਲਕੁਲ ਮੈਂ ਸਮਝਦਾ ਕਿ ਬੜੀ ਦੁੱਖ ਦੀ ਗੱਲ ਹੈ ਕਿ ਸਮੇਂ ਰੋਜ਼ ਕੋਈ 2-4 ਦਿਨਾਂ ਬਾਅਦ ਐਸੀਆਂ ਗੱਲਾਂ ਆ ਜਾਂਦੀਆਂ, ਕੋਈ ਤਸਵੀਰ ਆ ਜਾਂਦੀ ਹੈ, ਕੋਈ ਸਾਡੀਆਂ ਕਕਾਰਾਂ ਦੇ ਉੱਤੇ ਗੱਲ ਆ ਜਾਂਦੀ ਹੈ। ਇਹ ਉਹ ਲੋਕ ਸ਼ਰਾਰਤੀ ਲੋਕ ਨੇ ਔਰ ਜਿਹੜੇ ਅਜਿਹੀਆਂ ਕਾਰਵਾਈਆਂ ਕਰਦੇ ਨੇ ਉਹ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਸਿੱਖਾਂ ਦੇ ਮਨ ਨੂੰ ਠੇਸ ਪਹੁੰਚਾਈ ਜਾਵੇ, ਕਿਸ ਤਰ੍ਹਾਂ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ। ਸੋ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਲੋਕਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਕਾਰਵਾਈਆਂ ਜਿਹੜੀਆਂ ਨੇ ਸਿੱਖ ਰਵਾਇਤਾਂ ਦੇ ਉਲਟ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਅਸੀਂ ਦੇਖੋ ਸਾਡਾ ਲੀਗਲ ਹੈ, ਅਸੀਂ ਲੀਗਲ ਦੀ ਪਰਚਾ ਵੀ ਦਰਜ ਕਰਾਉਂਦੇ ਹਾਂ, ਜਿੰਨੀ ਵੀ ਸਾਡੀ ਲੀਗਲ ਕਾਰਵਾਈ ਹੈ ਉਹ ਅਸੀਂ ਕਰਦੇ ਹਾਂ ਤਾਂ ਕਿ ਉਹਨਾਂ ਦੇ ਉੱਤੇ ਜਿਹੜਾ ਵੀ ਕੋਈ ਲੀਗਲੀ ਜੋ ਵੀ ਬਣਦਾ ਪਰਚਾ ਉਹ ਕਾਰਵਾਈ ਹੋਵੇ। ਜਿਮਨੀ ਚੋਣਾਂ ਨੇ ਪੰਜਾਬ ਦੀ ਸਿਆਸਤ ਪਖਾਈ ਹੋਈ ਹੈ ਤੇ ਸਾਰੇ ਲੀਡਰ ਆਪਣੀ ਪਾਰਟੀ ਦੀ ਜਿੱਤ ਲਈ ਵੱਡੇ ਦਾਅ ਖੇਡ ਰਹੇ ਨੇ। ਅਕਾਲੀ, ਭਾਜਪਾ, ਕਾਂਗਰਸ, ਆਪ ਅਤੇ PDA ਨੇ ਆਪਣੇ ਵੱਡੇ ਪੱਤੇ ਖੇਡ ਜਿੱਤ ਦਾ ਦਾਅਵਾ ਕਰ ਦਿੱਤਾ, ਪਰ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕੀਤੇ ਗਏ ਵਾਅਦੇ, ਜਿਨ੍ਹਾਂ ਨੂੰ ਹੱਲ ਕਰਨ ਲਈ ਹਰ ਸਰਕਾਰ ਹਰ ਵਾਰ ਵਾਅਦੇ ਤਾਂ ਕਰਦੀ ਆ, ਪਰ ਕਿਸ ਨੇ ਕਿੰਨੇ ਵਾਅਦੇ ਪੂਰੇ ਕੀਤੇ ਅਤੇ ਕਿੰਨੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ, ਜਾਣਨ ਲਈ ਦੇਖੋ ਸਾਡੀ ਖਾਸ ਰਿਪੋਰਟ।
ਜਿਮਨੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਗਰਮਾਇਆ ਨਜ਼ਰ ਆ ਰਿਹਾ ਤੇ ਸਾਰੀਆਂ ਪਾਰਟੀਆਂ ਜਿੱਤ ਦੀ ਰੇਸ 'ਚ ਬਣੀਆਂ ਹੋਈਆਂ ਨੇ, ਜਿਸ ਦੇ ਚੱਲਦੇ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਲ ਲੱਗ ਰਿਹਾ ਕਿ ਜਿੱਤ ਕਿਸ ਦੇ ਹਿੱਸੇ ਆਵੇਗੀ, ਕਿਉਂਕਿ ਜਿੱਥੇ ਪੰਜਾਬ 'ਚ ਇੱਕ ਵਾਰ ਫਿਰ ਅਕਾਲੀ ਭਾਜਪਾ ਦਾ ਗੱਠਜੋੜ ਨਜ਼ਰ ਆ ਰਿਹਾ, ਉੱਥੇ ਹੀ ਕਾਂਗਰਸ ਨੇ ਵੀ ਆਪਣੇ ਵੱਡੇ ਪੱਤੇ ਖੇਡ ਜਿੱਤ ਦਾ ਦਾਅਵਾ ਕਰ ਦਿੱਤਾ। ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਵਿਰੋਧੀਆਂ ਵੱਲੋਂ ਕਾਂਗਰਸ ਤੇ ਟਿਕਟ ਵੇਚਣ ਦੇ ਆਰੋਪ ਵੀ ਲਗਾਏ ਗਏ ਨੇ, ਕਿਉਂਕਿ ਬੀਤੇ ਦਿਨੀ ਖੁਲਾਸਾ ਹੋਇਆ ਸੀ ਕਿ ਜਲਾਲਾਬਾਦ ਤੋਂ ਕਾਂਗਰਸ ਦੇ ਉਮੀਦਵਾਰ ਰਮਿੰਦਰ ਦੀ ਅਮੀਰੀ ਕੈਪਟਨ ਅਤੇ ਸੁਖਬੀਰ ਨਾਲੋਂ ਵੀ ਕਾਫੀ ਜ਼ਿਆਦਾ। ਇਹਨਾਂ ਦੋਵੇਂ ਪਾਰਟੀਆਂ ਤੋਂ ਬਿਨਾਂ ਆਪ ਵੀ ਇਸ ਰੇਸ 'ਚ ਅਕਾਲੀ ਕਾਂਗਰਸ ਨੂੰ ਕੜੀ ਟੱਕਰ ਦਿੰਦੀ ਨਜ਼ਰ ਆ ਰਹੀ ਹੈ, ਕਿਉਂਕਿ ਪੰਜਾਬ ਪ੍ਰਧਾਨ ਭਗਵੰਤ ਮਾਨ ਖੁਦ ਲੋਕਾਂ ਦਾ ਦਿਲ ਜਿੱਤਣ ਲਈ ਮੈਦਾਨ 'ਚ ਉਤਰੇ ਹੋਏ ਨੇ ਤੇ ਹੋ ਸਕਦਾ ਕਿ ਸੰਗਰੂਰ ਵਾਂਗ ਹੁਣ ਵੀ ਲੋਕਾਂ ਨੂੰ ਵਿਅੰਗਮਈ ਹਾਸਾ ਮਾਨ ਜਿੱਤ ਆਪਣੀ ਝੋਲੀ ਪਾ ਲਵੇ। ਪਰ ਇਹ ਜ਼ਿਆਦਾ ਆਸਾਨ ਨਜ਼ਰ ਨਹੀਂ ਆ ਰਿਹਾ, ਕਿਉਂਕਿ ਕਿਸੇ ਟਾਈਮ ਮਾਨ ਦੇ ਨਾਲ ਚੱਲਣ ਵਾਲੇ ਬੈਂਸ ਨੇ ਵੀ ਆਪਣੇ ਸਿਕੰਦਰ ਮੈਦਾਨ 'ਚ ਉਤਾਰ ਦਿੱਤੇ ਨੇ ਤੇ ਜਿੱਤ ਦਾ ਦਾਅਵਾ ਕਰ ਦਿੱਤਾ। ਜੋ ਵੀ ਜਿੱਤ ਦਾ ਹੱਕਦਾਰ ਹੋਵੇਗਾ ਉਸ ਦਾ ਪਤਾ ਨਤੀਜੇ ਆਉਣ ਤੇ ਹੀ ਲੱਗੇਗਾ। ਪਰ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਲੋਕਾਂ ਦੀਆਂ ਮੁਸ਼ਕਲਾਂ, ਕਿਉਂਕਿ ਜਿਵੇਂ ਹੁਣ ਵੋਟਾਂ ਦੇ ਲਾਲਚ 'ਚ ਸਾਰੀਆਂ ਪਾਰਟੀਆਂ ਦੇ ਲੀਡਰ ਵੱਡੇ ਦਾਅਵੇ ਅਤੇ ਵਾਅਦੇ ਕਰ ਰਹੇ ਨੇ, ਉਵੇਂ ਹੀ ਹਰ ਵਾਰ ਹੁੰਦਾ। ਪਰ ਅਫਸੋਸ ਇਹ ਹੈ ਕਿ ਹਲੇ ਤੱਕ ਸਾਰੀਆਂ ਪਾਰਟੀਆਂ ਦੇ ਵਾਅਦੇ ਝੂਠੇ ਹੀ ਨਜ਼ਰ ਆਏ ਨੇ। ਉਦਾਹਰਣ ਵਜੋਂ ਜੇ ਬੀਤੇ 3 ਸਾਲ ਪਹਿਲਾਂ ਨਜ਼ਰ ਮਾਰੀਏ ਤਾਂ ਕੈਪਟਨ ਸਾਹਿਬ ਨੇ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ, ਬੇਰੁਜ਼ਗਾਰੀ ਦਾ ਸਫਾਇਆ, ਕਿਸਾਨਾਂ ਦੀ ਕਰਜ਼ਾ ਮਾਫੀ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ, ਮਹਿੰਗਾਈ ਨੂੰ ਨੱਥ ਅਤੇ ਹੋਰ ਪਤਾ ਨਹੀਂ ਕਿਹੜੇ ਵਾਅਦੇ ਕੀਤੇ ਸੀ। ਪਰ ਜੇ ਬੀਤੇ 3 ਸਾਲਾਂ ਦੇ ਕਾਰਜਕਾਲ ਤੇ ਨਜ਼ਰ ਘੁਮਾਈ ਜਾਵੇ ਤਾਂ ਇਹ ਵਾਅਦਿਆਂ ਦੀ ਕਿਤਾਬ ਸ਼ਾਇਦ ਕੈਪਟਨ ਸਾਹਿਬ ਕਿਤੇ ਰੱਖ ਕੇ ਭੁੱਲ ਗਏ ਨੇ, ਕਿਉਂਕਿ ਅੱਜ ਕੋਈ ਐਸਾ ਦਿਨ ਨਹੀਂ ਜਿਸ ਦਿਨ ਕੈਪਟਨ ਸਾਹਿਬ ਖਿਲਾਫ ਕੋਈ ਧਰਨਾ ਨਾ ਹੋਵੇ। ਜਿਵੇਂ ਲੰਮੇ ਸਮੇਂ ਤੋਂ ਕਰਜ਼ਾ ਮਾਫੀ ਲਈ ਕਿਸਾਨ ਤੜਫ ਰਹੇ ਨੇ, ਉਵੇਂ ਹੀ ਬੀਤੇ 32 ਦਿਨਾਂ ਤੋਂ ਹੱਥਾਂ 'ਚ ਡਿਗਰੀਆਂ ਲੈ ਕੇ ਨੌਜਵਾਨ ਟੈਂਕੀਆਂ ਤੇ ਚੜੇ ਹੋਏ ਨੇ। ਜੇ ਗੱਲ ਕਾਨੂੰਨ ਵਿਵਸਥਾ ਦੀ ਕੀਤੀ ਜਾਵੇ ਤਾਂ ਉਸ ਦਾ ਵੀ ਜਨਾਜ਼ਾ ਨਿਕਲਿਆ ਪਿਆ। ਕੋਈ ਦਿਨ ਐਸਾ ਨਹੀਂ ਲੰਘ ਰਿਹਾ ਜਿਸ ਦਿਨ ਕੋਈ ਕਤਲ ਜਾਂ ਗੁੰਡਾਗਰਦੀ ਦੀ ਵਾਰਦਾਤ ਸਾਹਮਣੇ ਨਾ ਆਵੇ। ਹੁਣ ਜੇ ਗੱਲ ਕੀਤੀ ਜਾਵੇ ਅਕਾਲੀ ਰਾਜ ਦੀ ਤਾਂ ਉਹਨਾਂ ਦੇ ਸਮੇਂ ਵੀ ਲੋਕ ਉਹਨਾਂ ਦੇ ਰਾਜ ਤੋਂ ਨਾਖੁਸ਼ ਹੀ ਨਜ਼ਰ ਆਏ ਸੀ। ਮਿਲੀਆਂ ਮੀਡੀਆ ਰਿਪੋਰਟਾਂ ਮੁਤਾਬਕ ਉਹਨਾਂ ਦੇ ਰਾਜ ਦਾ ਸਭ ਤੋਂ ਵੱਡਾ ਕੁਲੰਕ ਹੈ ਉਹਨਾਂ ਦੇ ਰਾਜ 'ਚ ਹੋਈਆਂ ਧਰਮ ਦੀਆਂ ਬੇਅਦਬੀ ਅਤੇ ਗੋਲੀਕਾਂਡ ਦੀਆਂ ਵਾਰਦਾਤਾਂ, ਜਿਨ੍ਹਾਂ ਦੇ ਇਨਸਾਫ ਲਈ ਸਿੱਖ ਅੱਜ ਵੀ ਜਦੋਜਹਿਦ ਕਰ ਰਹੇ ਨੇ। ਤੇ ਜੇ ਹੁਣ ਨਜ਼ਰ ਆਪ ਵੱਲ ਘੁਮਾਈ ਜਾਵੇ ਤਾਂ ਆਪ ਨੂੰ ਪੰਜਾਬ 'ਚ ਹਲੇ ਤੱਕ ਅੱਗੇ ਆਉਣ ਦਾ ਤਾਂ ਮੌਕਾ ਨਹੀਂ ਮਿਲਿਆ, ਪਰ ਦਿੱਲੀ ਦੇ ਵਿੱਚ ਵੀ ਆਪ ਕੋਈ ਜ਼ਿਆਦਾ ਕਮਾਲ ਨਹੀਂ ਕਰ ਪਾਈ। ਉਧਰ ਸੰਗਰੂਰ ਦੇ ਲੋਕ ਵੀ ਇਸ ਵਾਰ ਭਗਵੰਤ ਮਾਨ ਦੇ ਕਾਰਜਕਾਲ ਤੋਂ ਕੁਝ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੇ। ਟੱਕਰ ਦੇਣ ਵਾਲੀਆਂ 4 ਟੀਮਾਂ 'ਚੋਂ ਬਾਕੀ ਬਚਦੀ ਹੈ ਪੀਡੀਏ, ਜੋ ਕਈ ਪਾਰਟੀਆਂ ਦਾ ਸੁਮੇਲ ਪਾਰਟੀ ਆ, ਜਿਸ ਵਿੱਚ ਡਾਕਟਰ ਗਾਂਧੀ, ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਇਕਜੁੱਟ ਹੋਏ ਨੇ। ਪਰ ਇਹ ਗੱਠਜੋੜ ਹਲੇ ਤੱਕ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ, ਜਿਸ ਦਾ ਨਤੀਜਾ ਹੈ ਕਿ ਬੀਤੇ ਸਮੇਂ ਹੋਈਆਂ ਚੋਣਾਂ ਵਿੱਚ ਇਹ ਗੱਠਜੋੜ ਆਪਣਾ ਖਾਤਾ ਖੋਲਣ ਵਿੱਚ ਵੀ ਨਾਕਾਮਯਾਬ ਰਿਹਾ ਸੀ। ਦੱਸ ਦਈਏ ਕਿ ਪੰਜਾਬ ਦੇ 4 ਹਲਕਿਆਂ 'ਚ ਹੋਣ ਵਾਲੀਆਂ ਚੋਣਾਂ ਮੁਕੇਰੀਆ, ਜਲਾਲਾਬਾਦ, ਦਾਖਾ ਤੇ ਫਗਵਾੜਾ ਵਿੱਚ ਹੋਣਗੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਜਦੋਜਹਿਦ ਕਰਨ ਤੋਂ ਬਾਅਦ ਆਖਿਰਕਾਰ ਜਿੱਤ ਦਾ ਸਿਹਰਾ ਕਿਸ ਦੇ ਸਿਰ ਜਾਵੇਗਾ। ਬੀਤੇ 1 ਮਹੀਨੇ ਤੋਂ ਸੰਗਰੂਰ 'ਚ ਪਾਣੀ ਦੀ ਟੈਂਕੀ ਤੇ ਬੇਰੁਜ਼ਗਾਰ ਅਧਿਆਪਕ ਨੌਕਰੀ ਪਾਉਣ ਲਈ ਜਦੋਜਹਿਦ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਕੁੜੀਆਂ ਵੀ ਸ਼ਾਮਲ ਨੇ ਤੇ ਇਹ ਲਗਾਤਾਰ ਪਾਣੀ ਦੀ ਟੈਂਕੀ ਉੱਪਰ ਜ਼ਿੰਦਗੀ ਬਤੀਤ ਕਰ ਰਹੇ ਨੇ। ਪਰ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਾਲ ਤੱਕ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ, ਨਾ ਹੀ ਨੰਨੀ ਸ਼ਾਂ ਦਾ ਨਾਰਾ ਦੇਣ ਵਾਲੀ ਹਰਸਿਮਰਤ ਕੌਰ ਬਾਦਲ ਨੂੰ ਉਹਨਾਂ ਕੁੜੀਆਂ ਦਾ ਚੇਤਾ ਆਇਆ। ਉਧਰ ਭਾਵੁਕ ਹੋਏ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਮੇਰੇ ਘਰ ਕੁਝ ਦਿਨ ਪਹਿਲਾਂ ਜਨਮੀ ਮੇਰੀ ਬੇਟੀ ਨੂੰ ਇਹਨਾਂ ਭੈਣਾਂ ਵਾਂਗ ਰੁਲਣ ਨਾਲੋਂ ਤਾਂ ਮਰ ਜਾਣਾ ਹੀ ਚੰਗਾ। ਹਰ ਸਰਕਾਰ ਗੱਲਾਂ ਤਾਂ ਵੱਡੀਆਂ ਕਰਦੀ ਆ, ਪਰ ਉਹ ਆਪਣੇ ਵੱਲੋਂ ਹੀ ਕੀਤੇ ਵਾਅਦਿਆਂ ਤੇ ਪੂਰੀ ਨਹੀਂ ਉਤਰਦੀ। ਪਹਿਲਾਂ ਤਾਂ ਇਹ ਲੀਡਰ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਉਹਨਾਂ ਨੂੰ ਆਪਣੀਆਂ ਮਿੱਠੀਆਂ ਗੱਲਾਂ 'ਚ ਫਸਾਉਂਦੇ ਨੇ, ਫਿਰ ਸੱਤਾ ਹੱਥ 'ਚ ਆਉਣ ਤੇ ਹੀ ਆਮ ਲੋਕਾਂ ਨੂੰ ਚਾਹ 'ਚ ਪਈ ਮੱਖੀ ਵਾਂਗ ਪਰਾਂ ਸੁੱਟ ਦਿੰਦੇ ਨੇ ਤੇ ਫਿਰ ਸੌਂਦੇ ਨੇ ਇਹ ਲੀਡਰ ਆਪਣੀਆਂ ਕੋਠੀਆਂ 'ਚ ਆਰਾਮ ਦੀ ਨੀਂਦ ਤੇ ਹਰ ਵਰਗ ਰੁਲਦਾ ਸੜਕਾਂ ਤੇ। ਜਿਵੇਂ ਪਿਛਲੇ 1 ਮਹੀਨੇ 1 ਦਿਨ ਤੋਂ ਸੰਗਰੂਰ 'ਚ ਪਾਣੀ ਦੀ ਟੈਂਕੀ ਤੇ ETT ਪਾਸ 5 ਅਧਿਆਪਕ ਨੌਕਰੀ ਪਾਉਣ ਲਈ ਜਦੋਜਹਿਦ ਕਰ ਰਹੇ ਨੇ, ਪਰ ਸਾਡੀਆਂ ਸਰਕਾਰਾਂ ਗੂੜੀ ਨੀਂਦ ਸੁੱਤੀਆਂ ਪਈਆਂ ਨੇ। ਪਹਿਲਾਂ ਦੇਖੋ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੀ ਆਪਣੇ ਘਰ ਤੋਂ ਦੂਰ ਨਰਕ ਭਰੀ ਜ਼ਿੰਦਗੀ ਦੀਆਂ ਕੁਝ ਤਸਵੀਰਾਂ। सलाम है
ਇਹਨਾਂ ਦੇ ਹੌਸਲੇ ਨੂੰ ਜੋ ਹਰ ਮੁਸ਼ਕਲ ਨੂੰ ਪਾਰ ਕਰਦੇ ਹੋਏ ਆਪਣਾ ਸੰਘਰਸ਼ ਕਰ ਰਹੇ ਨੇ ਤੇ ਜੰਮ ਕੇ ਸਰਕਾਰਾਂ ਨੂੰ ਕੋਸ ਰਹੇ ਨੇ। ਇਸ ਮੌਕੇ ਇੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਵੇਂ ਕੈਪਟਨ ਸਰਕਾਰ ਨੇ ਉਹਨਾਂ ਦੀਆਂ ਗੱਲਾਂ ਨਹੀਂ ਸੁਣੀਆਂ। ਇਸ ਮੌਕੇ ਇੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਨੇ ਸਾਡੀ ਗੱਲ ਨਹੀਂ ਸੁਣੀ, ਪਰ ਨੰਨੀ ਸ਼ਾਹ ਦਾ ਨਾਰਾ ਦੇਣ ਵਾਲੀ ਹਰਸਿਮਰਤ ਤਾਂ ਉਹਨਾਂ ਦੀ ਸਾਰ ਲੈ ਲੈਂਦੀ। ਅਸੀਂ 1 ਮਹੀਨਾ 1 ਦਿਨ ਹੋ ਗਿਆ ਅੱਜ ਸੰਘਰਸ਼ ਲੜਦਿਆਂ ਨੂੰ। ਕਿਸੇ ਵੀ ਨੇ ਆ ਕੇ ਸਾਡੀ ਸਾਰ ਨਹੀਂ ਲਈ ਹੈਗੀ। ਕਿਸੇ ਨੇ ਐਵੇਂ ਨਹੀਂ ਪੁੱਛਿਆ ਹੈਗਾ ਵੀ ਅਸੀਂ ਇੱਥੇ ਕਿਵੇਂ ਰਹਿ ਰਹੇ ਹਾਂ, ਸਾਨੂੰ ਕੀ ਮੁਸ਼ਕਲਾਂ ਆ ਰਹੀਆਂ ਨੇਗੀਆਂ। ਬਸ ਹਰੇ ਕੋਈ ਆਉਂਦਾ ਵੀ ਹੈਗਾ ਤਾਂ ਜੇ ਮੀਟਿੰਗ ਵੀ ਮਿਲਦੀ ਹੈਗੀ ਤਾਂ ਉਸ ਵਿੱਚ ਵੀ ਸਾਨੂੰ ਕੋਈ ਹੱਲ ਨਹੀਂ ਮਿਲਦਾ ਹੈਗਾ। ਤੇ ਇੱਥੇ ਰਹਿਣ ਵਿੱਚ ਸਾਨੂੰ ਕਿੰਨੀ ਦਿੱਕਤ ਆ ਰਹੀ ਹੈ ਉਹ ਸਾਨੂੰ ਹੀ ਪਤਾ ਹੈਗਾ, ਕਿਉਂਕਿ ਜਦੋਂ ਬਾਰਿਸ਼ ਆ ਜਾਂਦੀ ਹੈ ਤਾਂ ਚਾਰੇ ਪਾਸੇ ਪਾਣੀ ਖੜ ਜਾਂਦਾ ਹੈਗਾ ਤੇ ਸਾਨੂੰ ਡੱਬਿਆਂ ਨਾਲੋਂ ਪਾਣੀ ਬਾਹਰ ਸੁੱਟਣਾ ਪੈਂਦਾ ਹੈਗਾ ਤੇ ਸਾਰੀ ਰਾਤ ਸਾਨੂੰ ਪੌੜੀਆਂ 'ਚ ਬੈਠ ਕੇ ਗੁਜ਼ਾਰਨੀ ਪੈਂਦੀ ਹੈਗੀ, ਕਿਉਂਕਿ ਇੱਥੇ ਹੋਰ ਤਾਂ ਕੋਈ ਪ੍ਰਬੰਧ ਨਹੀਂ ਹੈਗਾ। ਤੇ ਉਸ ਤੋਂ ਬਾਅਦ ਰਹੀ ਗੱਲ ਠੰਡ ਦੀ, ਠੰਡ ਵੀ ਇੰਨੀ ਹੋ ਚੁੱਕੀ ਹੈ ਵੀ ਸਰਕਾਰ, ਅਸੀਂ ਗਰਮੀ ਦੇ ਵਿੱਚ ਆਏ ਸੀਗੇ ਤੇ ਇੰਨੀ ਠੰਡ ਹੋ ਗਈ, ਸਰਕਾਰ ਨੇ ਹਾਲੇ ਤੱਕ ਸਾਡੀ ਸਾਰ ਨਹੀਂ ਲਈ। ਤੇ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਜੀ ਨੇਗੇ, ਉਹ ਕਹਿ ਰਹੇ ਨੇਗੇ ਵੀ ਨੰਨੀ ਸ਼ਾਹ ਚਲਾਈ ਹੈਗੀ ਤੇ ਨੰਨੀ ਸ਼ਾਹ ਚਲਾਉਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੀ ਸਾਰ ਨਹੀਂ ਲਈ ਆ ਕੇ, ਕਿਉਂਕਿ ਅਸੀਂ ਵੀ ਤਾਂ ਧੀਆਂ ਕਿਸੇ ਦੀਆਂ। ਜੇ ਉਹ ਸਾਡੀ ਸਾਰ ਨਹੀਂ ਲੈ, ਘੱਟੋ ਘੱਟ ਜੇ ਉਹ ਸਰਕਾਰ ਦੇ ਹੁਣ ਹੈ ਨਹੀਂਗੇ, ਫਿਰ ਸਾਡੀ ਸਾਰ ਤਾਂ ਲੈ ਸਕਦੇ ਨੇਗੇ। ਇੱਕ ਪਾਸੇ ਉਹ ਕਹਿ ਰਹੇ ਨੇ ਧੀਆਂ ਬਚਾਓ, ਧੀਆਂ ਪੜ੍ਹਾਓ, ਤੇ ਇੱਕ ਪਾਸੇ ਅਸੀਂ ਟੈਂਕੀ ਉੱਤੇ ਬੈਠੇ ਹੋਏ ਹਾਂ ਤੇ ਉਹਨਾਂ ਨੇ ਸਾਡੀ ਸਾਰ ਨਹੀਂ ਲਈ ਹੈਗੀ। ਉਹ ਸਾਨੂੰ ਪੁੱਛ ਸਕਦੇ ਸੀਗੇ, ਕਿਉਂਕਿ ਅਸੀਂ, ਉਹਨਾਂ ਨੇ ਤਾਂ ਨੰਨੀ ਸ਼ਾਹ ਨਾਲ ਮਤਲਬ ਲਿਆ ਤੇ ਅਸੀਂ ਵੀ ਤਾਂ ਨੰਨੀ ਸ਼ਾਹ ਹੀ ਹਾਂ ਤੇ ਉਹ ਪੁੱਛ ਸਕਦੇ ਸੀ ਸਾਨੂੰ। ਜਿਵੇਂ ਤੁਸੀਂ ਸਿੱਖੀ ਸਰੂਪ ਦੇ ਵਿੱਚੋਂ ਮਤਲਬ ਕਿ ਇੱਕ ਆਮ ਇਨਸਾਨ ਨਾਲੋਂ ਥੋੜਾ ਵੱਖਰਾ ਹੁੰਦਾ, ਸਵੇਰੇ ਇਸ਼ਨਾਨ ਕਰਨਾ। ਹਾਂ, ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਮਤਲਬ ਇਹਦੇ 'ਚ, ਕਿਉਂਕਿ ਸਵੇਰ ਇੰਨੀ ਜ਼ਿਆਦਾ ਠੰਡ ਹੁੰਦੀ ਹੈ, ਉਹ ਘਰ ਵਾਲੀਆਂ ਸਹੂਲਤਾਂ ਨਹੀਂ ਮਿਲ ਸਕਦੀਆਂ ਇੱਥੇ, ਤੇ ਜਿਸ ਕਾਰਨ ਮੈਨੂੰ ਬਹੁਤ ਮੁਸ਼ਕਿਲ ਆ ਰਹੀ ਹੈ, ਕਿਉਂਕਿ ਮੈਂ ਡੇਲੀ ਗੁਰੂ ਘਰ ਜਾਣਾ ਹੁੰਦਾ ਹੈ ਨਾ। ਉਹ 1 ਮਹੀਨਾ 1 ਦਿਨ ਹੋ ਗਿਆ ਸਾਨੂੰ ਇੱਥੇ ਬੈਠਿਆਂ ਨੂੰ। ਅਸੀਂ ਕਦੇ ਦਰਸ਼ਨ ਕਰਨ ਨਹੀਂ ਜਾ ਸਕਦੇ ਹੈਗੇ, ਕਿਤੇ ਵੀ ਨਹੀਂ ਹਿੱਲ ਸਕਦੇ ਹੈਗੇ ਇੱਥੋਂ, ਤੇ ਨਿਤਨੇਮ ਕਰਨਾ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ, ਕਿਉਂਕਿ ਸਵੇਰ ਸ਼ਾਮ ਇੰਨੀ ਜ਼ਿਆਦਾ ਠੰਡ ਹੁੰਦੀ ਹੈਗੀ ਵੀ ਨਹੀਂ ਇਸ਼ਨਾਨ ਹੋ ਸਕਦਾ ਹੈਗਾ। ਪਰ ਫਿਰ ਵੀ ਅਸੀਂ ਐਡਜਸਟ ਕਰ ਰਹੇ ਹੈਗੇ। ਅਸੀਂ ਤਾਂ ਇਹੀ ਗੁਜ਼ਾਰਿਸ਼ ਕਰਦੇ ਹਾਂ ਸਰਕਾਰ ਨੂੰ ਵੀ ਸਾਡਾ ਛੇਤੀ ਤੋਂ ਛੇਤੀ ਹੱਲ ਹੋਵੇ, ਨਹੀਂ ਅਸੀਂ ਫਿਰ ਇੱਥੋਂ ਕੁਛ ਨਾ ਕੁਛ ਕਰ ਦੇਣਾਗਾ, ਫਿਰ ਸਰਕਾਰ ਵੇਖੇਗੀ। ਉਧਰ ਇੱਕ ਹੋਰ ਪ੍ਰਦਰਸ਼ਨਕਾਰੀ ਨੇ ਭਾਵੁਕ ਹੋ ਕੇ ਕਿਹਾ ਕਿ ਮੇਰੇ ਘਰ ਬੇਟੀ ਨੇ ਜਨਮ ਲਿਆ, ਪਰ ਜਿਸ ਦਾ ਮੈਂ ਹਾਲ ਤੱਕ ਮੂੰਹ ਨਹੀਂ ਦੇਖਿਆ। ਪਰ ਮੈਨੂੰ ਲੱਗਦਾ ਕਿ ਜੇ ਮੇਰੀ ਬੱਚੀ ਦਾ ਮੇਰੇ ਨਾਲ ਪ੍ਰਦਰਸ਼ਨ ਕਰਨ ਵਾਲੀਆਂ ਭੈਣਾਂ ਵਾਲਾ ਹੀ ਹਾਲ ਹੋਇਆ, ਉਹਦੇ ਨਾਲੋਂ ਚੰਗਾ ਕਿ ਉਹ ਇਸ ਦੁਨੀਆ 'ਚ ਆਉਂਦੇ ਹੀ ਮਰ ਜਾਵੇ। ਮੈਂ ਪਿਛਲੇ 31 ਦਿਨਾਂ ਤੋਂ ਇੱਥੇ ਟੈਂਕੀ ਤੇ ਅਸੀਂ 5 ਸਾਥੀ ਰਹਿ ਰਹੇ ਹਾਂਗੇ ਤੇ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਤੁਸੀਂ ਨਾਰਾ ਦਿੱਤਾਗਾ ਤਾਂ ਉਹਨਾਂ ਨੂੰ ਰੁਜ਼ਗਾਰ ਵੀ ਤਾਂ ਦਿਓ, ਇਸ ਕਾਬਲ ਨੇ, ਕੋਈ ਤੁਹਾਡੇ ਤੋਂ ਨਜਾਇਜ਼ ਮੰਗ ਨਹੀਂ ਕਰ ਰਹੇ। ਤੇ ਪਿਛਲੇ 25 ਤਰੀਕ ਨੂੰ ਮੇਰੇ ਘਰ ਬੇਟੀ ਨੇ ਜਨਮ ਲਿੱਤਾ ਜੀ। ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਵੀ ਜੇ ਉਹਨਾਂ ਦੀ, ਮੇਰੀ ਬੱਚੀ ਦੀ ਕੱਲ੍ਹ ਨੂੰ ਇਹ ਹਾਲਤ ਹੋਣੀ ਆ ਤਾਂ ਮੇਰਾ ਮੰਨਣਾ ਵੀ ਉਹਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈਗਾ, ਕਿਉਂਕਿ ਮੈਂ ਆਪਦੀ ਹਾਲਤ ਇਹ ਦੇਖ ਸਕਦਾ, ਕੱਲ੍ਹ ਨੂੰ ਮੈਂ ਆਪਣੇ ਬੱਚਿਆਂ ਦੀ ਹਾਲਤ ਇਹ ਨਹੀਂ ਦੇਖ ਸਕਦਾ, ਕਿਉਂਕਿ ਜਿਹੋ ਜਿਹੀਆਂ ਮੁਸ਼ਕਲਾਂ ਇਸ ਟਾਈਮ ਮੇਰੇ ਨਾਲ ਪ੍ਰੋਟੈਸਟ ਲੜ ਰਹੀਆਂ ਮੇਰੀਆਂ ਭੈਣਾਂ ਸਹਿ ਰਹੀਆਂ ਨੇ, ਉਹ ਸਾਨੂੰ ਪਤਾ ਜਾਂ ਸਾਡੇ ਰੱਬ ਨੂੰ ਪਤਾ ਹੈਗਾ। ਸਰਕਾਰਾਂ ਨੂੰ ਕੋਈ ਮਤਲਬ ਨਹੀਂ, ਸਾਡੇ ਤੱਕ ਕੋਈ ਧਿਆਨ ਨਹੀਂ। ਤੇ 5 ਸਾਥੀ ਜਿਹੜੇ ਸਾਡੇ 4 ਸਾਥੀ ਜਿਹੜੇ ਸਾਡੇ ਮਰਨ ਵਰਤ ਤੇ ਬੈਠੇ ਨੇ, ਉਹਦੇ ਵਿੱਚੋਂ ਜਿਹੜਾ ਹਰਜੀਤ ਸਿੰਘ ਆ, ਉਹਦੇ ਵੀ 2 ਧੀਆਂ ਨੇ ਜੀ। ਤੇ ਜਿਹੜੀਆਂ ਸਾਡੀਆਂ ਧੀਆਂ ਨੇ, ਅਸੀਂ ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਕਰੀਏ? ਸਾਨੂੰ ਤਾਂ ਇਹ ਨਹੀਂ ਸਮਝ ਆ ਰਹੀ ਵੀ ਅਸੀਂ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਕਰੀਏ, ਕਿਵੇਂ ਉਹਨਾਂ ਨੂੰ ਪਾਲਾਂਗੇ। ਤੇ ਸਾਡਾ ਜਿਹੜਾ ਸਮਾਜਿਕ ਰੁਤਬਾ ਬਣਿਆ ਹੋਇਆ, ਉਹ ਵੀ ਸਾਡਾ ਇਹੀ ਬਣਿਆ ਕਿ ਇਹ ਬੱਚੇ ਟੀਚਰ ਲੱਗਣ ਦੇ ਯੋਗ ਨੇ, ਇਹੀ ਸਾਡਾ ਸਮਾਜਿਕ ਰੁਤਬਾ। ਜੇ ਸਾਡਾ ਸਮਾਜਿਕ ਰੁਤਬਾ ਖੋਇਆ ਗਿਆ ਤਾਂ ਉਹ ਸਮਾਜ ਵਿੱਚ ਜੀਣ ਨਾਲ ਤਾਂ ਵਧੀਆ ਸਾਨੂੰ ਇਹ ਟੈਂਕੀ ਤੋਂ ਛਾਲ ਮਾਰਨਾ ਚੰਗਾ ਲੱਗਦਾ, ਉਹ ਸਾਡਾ ਸਹੀ ਫੈਸਲਾ ਹੋਊਗਾ ਔਰ ਇਹ ਅਸੀਂ ਕਰਨ ਦੇ ਵਿੱਚ ਕਤਰਾਵਾਂਗੇ। ਬੀਤੀ 4 ਸਤੰਬਰ ਤੋਂ ਲੱਖਾਂ ਮੁਸੀਬਤਾਂ ਨਾਲ ਲੜ ਲਗਾਤਾਰ ਸੰਗਰੂਰ ਦੇ ਸਨਾਮ ਰੋਡ ਤੇ ਪਾਣੀ ਦੀ ਟੈਂਕੀ ਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਨੇ ਹੁਣ ਆਪਣੇ ਖੂਨ ਨਾਲ ਕਾਂਗਰਸ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਹੁਣ ਤੁਸੀਂ ਹੀ ਸਾਡੀਆਂ ਮੰਗਾਂ ਪੰਜਾਬ ਸਰਕਾਰ ਦੇ ਧਿਆਨ 'ਚ ਲਿਆ ਸਕਦੇ ਹੋ। ਦੇਖੋ, ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਆ, ਪਰ ਕੈਪਟਨ ਸਾਹਿਬ ਨੇ ਸਾਰੀਆਂ ਲਿਮਟਾਂ ਕ੍ਰਾਸ ਕਰ ਦਿੱਤੀਆਂ ਨੇ, ਕਿਉਂਕਿ ਬੀਤੇ 4 ਸਤੰਬਰ ਤੋਂ ਲੱਖਾਂ ਮੁਸੀਬਤਾਂ ਨਾਲ ਲੜ ਲਗਾਤਾਰ ਈਟੀਟੀ ਟੈਟ ਪਾਸ ਅਧਿਆਪਕ ਆਪਣੀ ਨੌਕਰੀ ਲਈ ਜਹਿਦ ਕਰ ਰਹੇ ਨੇ। ਜਿੱਥੇ ਉਹਨਾਂ ਦੇ 5 ਸਾਥੀ ਟੈਂਕੀ ਤੋਂ ਬੀਤੇ 32 ਦਿਨਾਂ ਤੋਂ 1 ਮਿੰਟ ਲਈ ਵੀ ਨਹੀਂ ਉਤਰੇ, ਉੱਥੇ ਹੀ ਕਈ ਮਰਨ ਵਰਤ ਤੇ ਵੀ ਬੈਠੇ ਨੇ। ਇਹਨਾਂ ਦੇ ਹੌਸਲੇ ਨੇ ਲੋਕਾਂ ਦੇ ਦਿਲ ਤਾਂ ਪਸੀਜ ਦਿੱਤੇ, ਪਰ ਕੈਪਟਨ ਸਾਹਿਬ ਨੂੰ ਰਤਾ ਵੀ ਫਰਕ ਨਹੀਂ ਪਿਆ, ਜਿਸ ਦੇ ਚੱਲਦੇ ਆਪਣੀ ਗੱਲ ਕੈਪਟਨ ਦੇ ਦਿਮਾਗ ਤੱਕ ਪਹੁੰਚਾਉਣ ਲਈ ਪ੍ਰਦਰਸ਼ਨਕਾਰੀ
ਅਧਿਕਾਰੀਆਂ ਨੂੰ ਮਜਬੂਰਨ ਅਜਿਹੇ ਕਦਮ ਚੁੱਕਣੇ ਪੈ ਰਹੇ ਨੇ ਜੋ ਇਹਨਾਂ ਦੀ ਜਾਨ ਲਈ ਖਤਰਨਾਕ ਸਾਬਿਤ ਹੋ ਸਕਦੇ ਨੇ। ਜੀ ਹਾਂ, ਸੰਗਰੂਰ ਦੇ ਸਨਾਮ ਰੋਡ ਤੇ ਪਾਣੀ ਦੀ ਟੈਂਕੀ ਤੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ETT ਟੈਟ ਪਾਸ ਅਧਿਆਪਕਾਂ ਨੇ ਹੁਣ ਆਪਣੇ ਖੂਨ ਨਾਲ ਕਾਂਗਰਸ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖਿਆ। ਦੇਖੋ। ਇਸ ਪੱਤਰ ਰਾਹੀਂ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਹੁਣ ਤੁਸੀਂ ਹੀ ਸਾਡੀ ਸਥਿਤੀ ਨੂੰ ਸਮਝ ਸਕਦੇ ਹੋ ਤੇ ਸਾਡੀਆਂ ਮੰਗਾਂ ਨੂੰ ਪੰਜਾਬ ਸਰਕਾਰ ਦੇ ਧਿਆਨ 'ਚ ਲਿਆ ਸਕਦੇ ਹੋ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੀਡੀਆ ਨਾਲ ਵੀ ਆਪਣਾ ਦੁੱਖ ਸਾਂਝਾ ਕੀਤਾ। ਦੇਖੋ ਜੀ, ਸਾਨੂੰ 4 ਸਤੰਬਰ ਤੋਂ ਜਿਹੜਾ ਕਿ ਸਾਡਾ ਜਿਹੜਾ ਪੱਕਾ ਧਰਨਾ ਇੱਥੇ ਸੰਗਰੂਰ ਦੇ ਵਿੱਚ ਸਿੰਗਲਾ ਮੰਤਰੀ ਸਿੱਖਿਆ ਮੰਤਰੀ ਸਾਹਿਬ ਦੇ ਜਿਹੜੇ ਕਿ ਰੈਸੀ ਸ਼ਹਿਰ ਦੇ ਵਿੱਚ ਲੱਗਿਆ ਹੋਇਆ 4 ਸਤੰਬਰ ਤੋਂ ਹੀ ਸਾਡੇ ਜਿਹੜੇ 5 ਸਾਥੀ ਟੈਂਕੀ ਦੇ ਉੱਪਰ ਚੜੇ ਹੋਏ ਨੇ, ਜਿਨ੍ਹਾਂ ਵਿੱਚ 3 ਲੜਕੀਆਂ ਤੇ 2 ਜਿਹੜੇ ਲੜਕੇ ਅਧਿਆਪਕ ਸਾਥੀ ਬੈਠੇ ਹੋਏ ਨੇ। ਦੇਖੋ 4 ਸਤੰਬਰ ਤੋਂ ਜਿਹੜੇ 11 ਸਤੰਬਰ ਤੋਂ ਸਾਡੇ ਮਰਨ ਵਰਤ ਤੇ 4 ਸਾਥੀ ਬੈਠੇ ਹੋਏ ਨੇ। ਸਾਡੇ ਉੱਪਰ ਸਿੱਖਿਆ ਮੰਤਰੀ ਦੇ ਕੋਠੀ ਦੇ ਕੋਲ ਜਿਹੜਾ ਕਿ ਲਾਠੀ ਚਾਰਜ ਵੀ ਹੋ ਚੁੱਕਿਆ ਹੈ। ਸਿੱਖਿਆ ਮੰਤਰੀ ਨਾਲ ਕਾਫੀ ਮੀਟਿੰਗਾਂ ਵੀ ਹੋ ਚੁੱਕੀਆਂ ਨੇ, ਪਰ ਸਾਡੀ ਹਜੇ ਤੱਕ ਕੋਈ ਵੀ ਸਾਰ ਨਹੀਂ ਲਈ ਜਾ ਰਹੀ। ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਅਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤਾਂ ਤੁਹਾਡੀਆਂ ਸਾਰੀਆਂ ਮੰਗਾਂ ਮੰਨਾਂਗੇ, ਪਰੰਤੂ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਨੇ ਹਜੇ ਤੱਕ ਸਾਡੇ ਨਾਲ ਕੋਈ ਵੀ ਮੀਟਿੰਗ ਨਹੀਂ ਕਰ ਰਿਹਾ। ਮਜਬੂਰਨ ਹੋ ਕੇ ਸਾਨੂੰ ਅੱਜ ਜਿਹੜਾ ਕਿ ਖੂਨ ਦੇ ਨਾਲ ਜਿਹੜਾ ਕਿ ਇੱਕ ਲੈਟਰ ਲੈ ਕੇ ਪ੍ਰਧਾਨ ਕਾਂਗਰਸ ਪਾਰਟੀ ਦੇ ਜਿਹੜੇ ਕਿ ਸੋਨੀਆ ਗਾਂਧੀ ਨੂੰ ਅਸੀਂ ਲਿਖ ਰਹੇ ਹਾਂ, ਜੋ ਕਿ ਪੰਜਾਬ ਦੇ ਵਿੱਚ ਹਾਲਾਤ ਨੇ ਬਹੁਤ ਵਿਗੜ ਚੁੱਕੇ ਨੇ। ਜਿਹੜੀ ਕਿ ਕਾਂਗਰਸ ਸਰਕਾਰ ਹੈ ਉਹਨਾਂ ਦੀ ਪੂਰੀ ਲੀਡਰਸ਼ਿਪ ਹੈ, ਕੋਈ ਵੀ ਬੇਰੁਜ਼ਗਾਰਾਂ ਵੱਲ ਧਿਆਨ ਨਹੀਂ ਦੇ ਰਹੀ। ਅਸੀਂ ਸੋਨੀਆ ਗਾਂਧੀ ਤੋਂ ਪੂਰਾ ਵਿਸ਼ਵਾਸ ਕਰਦੇ ਹਾਂ ਕਿ ਉਹ ਪੰਜਾਬ ਦੇ ਵੱਲ ਧਿਆਨ ਜ਼ਰੂਰ ਕਰਨਗੇ ਅਤੇ ਮੁੱਖ ਮੰਤਰੀ ਤੱਕ ਸੁਨੇਹਾ ਪਹੁੰਚਾਉਣਗੇ ਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਜਲਦੀ ਤੋਂ ਜਲਦੀ ਦਿੱਤਾ। ਸਰ, ਇਹ ਸਾਨੂੰ ਮਜਬੂਰੀ ਦੇ ਵਿੱਚ ਲਿਖਣਾ ਪੈ ਰਿਹਾ ਜੀ। ਪੰਜਾਬ ਦੇ ਮੁੱਖ ਮੰਤਰੀ ਕੋਲ ਸਾਡੀ ਕੋਈ ਗੱਲ ਸੁਣਨ ਦਾ ਸਮਾਂ ਨਹੀਂ ਹੈਗਾ ਜੀ। ਸਾਨੂੰ ਉਹਨਾਂ ਨਾਲ ਮੀਟਿੰਗ ਦਿੱਤੀ ਗਈ ਪਰ ਉਹਨਾਂ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰੀ ਜੀ। ਤੇ ਸਿੱਖਿਆ ਮੰਤਰੀ ਨੇ ਜੋ ਇਹ ਕਹਿੰਦੇ ਸਾਡੇ ਕੋਲ ਕੋਈ ਪਾਵਰ ਨਹੀਂ ਹੈਗੀ ਤੁਹਾਡਾ ਹੱਲ ਕਰਨ ਦੇ ਲਈ। ਜਦ ਵੀ ਅਸੀਂ ਇਹਨਾਂ ਕੋਲ ਜਾਂਦੇ ਹਾਂ ਕਹਿ ਦੇਣਗੇ ਸਾਡਾ ਖਜ਼ਾਨਾ ਖਾਲੀ ਹੈ ਜੀ। ਤੇ 3 ਸਾਲ 2.5 ਸਾਲ ਵਾਂਗੂ ਹੋ ਗਿਆ ਸਰਕਾਰ ਨੂੰ, ਹਜੇ ਤੱਕ ਇਹਨਾਂ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਜਦ ਵੀ ਕੋਈ ਗੱਲ ਕਰਦੇ ਹਾਂ ਅਸੀਂ ਪੋਸਟਾਂ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਮੰਗ ਰੱਖਦੇ ਕਹਿ ਦੇਣਗੇ ਸਾਡੇ ਕੋਲ ਸਾਡਾ ਖਜ਼ਾਨਾ ਖਾਲੀ ਹੈ ਜੀ। ਤੇ ਸਾਡੇ ਤੇ ਨਵੇਂ ਤੋਂ ਨਵੇਂ ਰੂਲ ਲਾਗੂ ਕੀਤੇ ਜਾ ਰਹੇ ਨੇ ਜੀ। ਸਾਡੀ ਜਿਹੜੀ ETT ਆ ਇਹ +2 ਬੇਸ ਤੇ ਹੁੰਦੀ ਹੈ ਜੀ। ਤੇ ਹੁਣ ਪੋਸਟਾਂ ਦੇ ਵਿੱਚ ਇਹਨਾਂ ਨੇ BA ਕਰਤੀ, ਜਦ ਕਿ ਦਿੱਲੀ ਦੀ NCT ਸਾਰੀ ਗਾਈਡਲਾਈਨਸ ਇਹ ਕਹਿੰਦੇ ਨੇ ਵੀ +2 ਵਾਲੇ ਐਲੀਜੀਬਲ ਨੇ ਜੀ, ਪਰ ਇਹਨੇ ਸਾਨੂੰ ਨੋਟ ਐਲੀਜੀਬਲ ਕਰਤਾ। ਤੇ 11 ਤਰੀਕ ਤੋਂ ਅਸੀਂ ਮਰਨ ਵਰਤ ਤੇ ਬੈਠੇ ਜੀ। ਤੇ ਅੱਜ ਸਾਨੂੰ ਖੂਨ ਨਾਲ ਸੋਨੀਆ ਗਾਂਧੀ ਨੂੰ ਲੈਟਰ ਲਿਖਣਾ ਪੈ ਰਿਹਾ ਜੀ, ਤਾਂ ਕਿ ਕਾਂਗਰਸ ਦੀ ਪੰਜਾਬ ਸਰਕਾਰ ਕੋਲ ਸਾਡੀ ਗੱਲ ਸੁਣਨ ਦਾ ਸਮਾਂ ਨਹੀਂ। ਤੇ ਸਾਨੂੰ ਲੱਗਦਾ ਵੀ ਸ਼ਾਇਦ ਸੋਨੀਆ ਗਾਂਧੀ ਸਾਡੀ ਗੱਲ ਸੁਣਨ ਤੇ ਸਾਨੂੰ ਇਨਸਾਫ ਦਿਵਾਉਣ ਜੀ। ਭਾਰਤੀ ਕਿਸਾਨ ਯੂਨੀਅਨ ਦੇ ਮਨਜੀਤ ਸਿੰਘ ਧਨੇਰ ਨੂੰ ਉਮਰ ਕੈਦ ਦੀ ਸਜ਼ਾ 'ਚ ਜੇਲ੍ਹ ਭੇਜਣ ਦੇ ਵਿਰੋਧ 'ਚ 40 ਤੋਂ ਵੱਧ ਸੰਘਰਸ਼ਸ਼ੀਲ ਸੰਗਠਨਾਂ ਵੱਲੋਂ ਹਾਈਵੇ ਤੇ ਸਥਿਤ ਬਰਨਾਲਾ ਸਬ ਜੇਲ੍ਹ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਮੋਰਚਾ ਖੋਲ੍ਹਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਔਰਤਾਂ ਨੂੰ ਵੀ ਇਸ ਮੋਰਚੇ 'ਚ ਸ਼ਾਮਲ ਕਰ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮਨਜੀਤ ਧਨੇਰ ਨੂੰ ਰਿਹਾ ਨਹੀਂ ਕੀਤਾ ਜਾਵੇਗਾ ਉਹ ਪਿੱਛੇ ਨਹੀਂ ਹਟਣਗੇ। ਦੱਸ ਦਈਏ ਕਿ 1997 'ਚ ਕਿਰਨਜੀਤ ਕੌਰ ਬਲਾਤਕਾਰ ਅਤੇ ਹੱਤਿਆ ਮਾਮਲੇ ਨੂੰ ਦੇਸ਼ ਵਿਆਪੀ ਅੰਦੋਲਨ 'ਚ ਬਦਲਣ ਵਾਲਿਆਂ 'ਚੋਂ ਇੱਕ ਹੈ ਮਨਜੀਤ ਸਿੰਘ ਧਨੇਰ। ਬਹੁਤਾ ਟਾਈਮ ਸਾਡੇ ਧਰਨੇ ਅੱਗੇ ਸਰਕਾਰਾਂ ਨਹੀਂ ਟਿਕ ਸਕਦੀਆਂ। ਸਾਡੀ ਮੰਗ ਸਿਰਫ ਇਨਸਾਫ ਦੀ ਮੰਗ ਆ, ਜੇ ਨਹੀਂ ਮਿਲੇਗਾ ਫਿਰ ਲੋਕ ਭੜਕਣਗੇ। 7 ਅਕਤੂਬਰ ਤੋਂ ਪੂਰੇ ਪੰਜਾਬ ਦੀਆਂ ਔਰਤਾਂ ਮੋਰਚਾ ਸੰਭਾਲਣਗੀਆਂ ਤੇ ਇਨਸਾਫ ਨਾ ਮਿਲਣ ਤੱਕ ਇਹ ਜਾਰੀ ਰਹੂਗਾ। ਇਹ ਕਹਿਣਾ ਹੈ ਮਨਜੀਤ ਸਿੰਘ ਧਨੇਰ ਦੇ ਮਾਮਲੇ 'ਚ ਬਰਨਾਲਾ ਜੇਲ੍ਹ ਅੱਗੇ ਧਰਨੇ ਤੇ ਬੈਠੀਆਂ ਕਿਸਾਨ ਜਥੇਬੰਦੀਆਂ ਦਾ। ਬਹੁਤਾ ਚਿਰ ਸਰਕਾਰ ਨਹੀਂ ਟਿਕੂਗੀ ਇਹਦੇ ਮੂਹਰੇ। ਅਸੀਂ ਗਰੰਟੀ ਕਰਦੇ ਹਾਂ ਸਾਡੀ ਗੱਲ ਜਾਇਜ਼ ਹੈ। ਅਸੀਂ ਕੋਈ ਆਰਥਿਕ ਮੰਗ ਨਹੀਂ ਮੰਗਦੇ, ਇਨਸਾਫ ਮੰਗਦੇ ਹਾਂ। ਜੇ ਕੋਈ ਇਨਸਾਫ ਨਹੀਂ ਦੇਊਗਾ ਫਿਰ ਲੋਕਾਂ ਨੂੰ ਭੜਕਾਊਗਾ, ਹੋਰ ਕੀ ਕਰੂਗਾ। ਇਹ ਇਨਸਾਫ ਦੇਣਾ ਪੈਣਾ ਹੈ। ਹਫ਼ਤੇ 'ਚ ਦੇ ਦੇ, 2 ਹਫ਼ਤਿਆਂ 'ਚ ਦੇ ਦੇ, 5 ਦਿਨਾਂ 'ਚ ਦੇ ਦੇ, 2 ਦਿਨਾਂ 'ਚ ਦੇ ਦੇ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਬਿਲਕੁਲ ਡਟਿਆ ਰਹੂਗਾ, ਬਿਲਕੁਲ ਡਟਿਆ ਰਹੂਗਾ। ਅੱਧੀ ਆਬਾਦੀ ਸਾਡੀ ਮਰਦਾਂ ਦੀ ਹੈ, ਅੱਧੀ ਔਰਤਾਂ ਦੀ ਹੈ। ਜਦੋਂ ਅਸੀਂ ਝੋਨਾ ਕੱਟਣਾ ਹੋਊਗਾ, ਮੰਡੀਆਂ 'ਚ ਵੇਚਣਾ ਹੋਊਗਾ, ਅਸੀਂ 7 ਤਰੀਕ ਨੂੰ ਇੱਥੇ ਔਰਤਾਂ ਨੂੰ ਬੁਲਾ ਰਹੇ ਹਾਂ ਪੂਰੇ ਪੰਜਾਬ ਦੇ ਨੂੰ। ਉਹਨਾਂ ਨੂੰ ਇਹ ਸੱਦਾ ਦੇਣਾ ਕਿ ਮੋਰਚਾ ਇਸ ਤੋਂ ਬਾਅਦ ਤੁਸੀਂ ਸੰਭਾਲਣਾ।
ਨਰਮੇ ਖਤਮ ਹੋ ਗਏ ਸਾਡੇ, ਸਿਰਫ ਤੇ ਸਿਰਫ ਝੋਨਾ ਰਹਿ ਗਿਆ। 1 ਦਿਨ ਦੀ ਵਾਢੀ ਹੈ, ਮੰਡੀ ਵਿੱਚ ਬੈਠਣਾ ਕਿਸਾਨ ਨੇ, ਹਫ਼ਤਾ ਲੱਗ ਜਾਏ 4 ਦਿਨ ਲੱਗਣ। ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਉਹਨਾਂ ਦੇ ਨਰਮਿਆਂ ਦੀ ਚਗਾਈ ਖਤਮ ਆ। ਇਹ ਮੋਰਚਾ ਸੰਭਾਲਣਗੀਆਂ, ਅਸੀਂ ਉਹਨਾਂ ਨੂੰ ਕਮਾਂਡ ਸੰਭਾਲਾਂਗੇ ਮੋਰਚੇ ਦੀ। ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਮਨਜੀਤ ਸਿੰਘ ਧਨੇਰ ਨੂੰ ਉਮਰ ਕੈਦ ਦੀ ਸਜ਼ਾ 'ਚ ਜੇਲ੍ਹ ਭੇਜਣ ਦੇ ਵਿਰੋਧ 'ਚ ਐਕਸ਼ਨ ਕਮੇਟੀ ਦੁਆਰਾ 40 ਤੋਂ ਵੱਧ ਸੰਘਰਸ਼ਸ਼ੀਲ ਸੰਗਠਨਾਂ ਵੱਲੋਂ ਚੰਡੀਗੜ੍ਹ ਬਰਨਾਲਾ ਮੋਗਾ ਹਾਈਵੇ ਤੇ ਸਥਿਤ ਬਰਨਾਲਾ ਜੇਲ੍ਹ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਮੋਰਚਾ ਖੋਲ੍ਹਿਆ ਗਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਟੈਂਟ ਲਗਾ ਕੇ ਲੰਗਰ ਪਾਣੀ ਦਾ ਇੱਥੇ ਹੀ ਇੰਤਜ਼ਾਮ ਕਰ ਅਤੇ ਪੰਜਾਬ ਦੀਆਂ ਔਰਤਾਂ ਨੂੰ ਇਸ ਜੰਗ ਦੇ ਵਿੱਚ ਸ਼ਾਮਿਲ ਕਰ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮਨਜੀਤ ਧਨੇਰ ਨੂੰ ਰਿਹਾ ਨਹੀਂ ਕੀਤਾ ਜਾਵੇਗਾ ਉਹ ਪਿੱਛੇ ਨਹੀਂ ਹਟਣਗੇ। ਪਹਿਲਾਂ ਦੇਖੋ ਕੁਝ ਤਸਵੀਰਾਂ। Thank you. 1997 ਚ ਬਰਨਾਲਾ ਦੇ ਪਿੰਡ ਮਹਿਲ ਕਲਾਂ ਚ ਹੋਏ ਕਿਰਨਜੀਤ ਕੌਰ ਬਲਾਤਕਾਰ ਅਤੇ ਹੱਤਿਆ ਮਾਮਲੇ ਨੂੰ ਦੇਸ਼ ਵਿਆਪੀ ਅੰਦੋਲਨ ਚ ਬਦਲਣ ਵਾਲਿਆਂ ਇਨਸਾਨਾਂ ਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਉੱਤਮ ਨੇਤਾ ਮਨਜੀਤ ਸਿੰਘ ਧਨੇਰ ਵੀ ਸੀ, ਜਿਨ੍ਹਾਂ ਨੂੰ ਕੁਝ ਸਮੇਂ ਪਹਿਲਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਬੀਤੇ ਦਿਨੀ ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਉਮਰ ਕੈਦ ਨੂੰ ਬਰਕਰਾਰ ਰੱਖਿਆ, ਜਿਸ ਦੇ ਚੱਲਦਿਆਂ 30 ਸਤੰਬਰ ਨੂੰ ਮਨਜੀਤ ਸਿੰਘ ਧਨੇਰ ਬਰਨਾਲਾ ਕੋਰਟ 'ਚ ਪੇਸ਼ ਹੋ ਕੇ ਆਤਮ ਸਮਰਪਣ ਕੀਤਾ ਸੀ ਤੇ ਕੋਰਟ ਵੱਲੋਂ ਉਹਨਾਂ ਨੂੰ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ। ਉਦੋਂ ਤੋਂ ਲੈ ਕੇ ਅੱਜ ਤੱਕ ਐਕਸ਼ਨ ਕਮੇਟੀ ਦੇ ਵੱਲੋਂ ਬਰਨਾਲਾ ਸਬ ਜੇਲ੍ਹ ਦੇ ਬਾਹਰ ਧਰਨਾ ਲਗਾ ਕੇ ਮੋਰਚਾ ਖੋਲ੍ਹਿਆ ਹੋਇਆ ਤੇ ਭਾਰੀ ਗਿਣਤੀ 'ਚ ਤਕਰੀਬਨ 42 ਸੰਘਰਸ਼ੀਲ ਸੰਗਠਨ, ਕਿਸਾਨ ਯੂਨੀਅਨ, ਟੀਚਰ ਯੂਨੀਅਨ, ਲੇਬਰ ਯੂਨੀਅਨ, ਨੌਜਵਾਨ ਮੋਰਚਾ ਆਦਿ ਦੁਆਰਾ ਲਗਾਤਾਰ ਮਨਜੀਤ ਸਿੰਘ ਧਨੇਰ ਦੀ ਰਿਹਾਈ ਲਈ ਧਰਨਾ ਨਮਾਇਸ਼ ਕੀਤੀ ਜਾ ਰਹੀ ਹੈ। ਕੋਲੇ ਜੀ ਅਸੀਂ ਮਤਲਬ ਪਹਿਲਾਂ ਵੀ ਜਿਹੜਾ ਸਪਸ਼ਟ ਕਰ ਚੁੱਕਿਆ ਕਿ ਮਨਜੀਤ ਧਨੇਰ ਤੇ ਝੂਠਾ ਕੇਸ ਬਣਾ ਕੇ ਜਦੋਂ ਕਰਨਜੀਤ ਕਾਂਡ ਵਾਪਰਿਆ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਉਹਨੇ ਵੱਡੇ ਪੱਧਰ ਤੇ ਮੋਰਚੇ ਲਾਇਆ ਤੇ ਉਹਦੀ ਅਗਵਾਈ ਵੀ ਕੀਤੀ ਹੈ। ਉਹਦੇ ਚੋਂ ਮਤਲਬ ਪੇੜ 'ਚ ਇੱਥੋਂ ਦਾ ਪ੍ਰਸ਼ਾਸਨ, ਇੱਥੋਂ ਦਾ ਸਿਸਟਮ, ਇੱਥੋਂ ਦੀ ਸਰਕਾਰ, ਇੱਥੋਂ ਦੇ ਗੁੰਡੇ ਸਾਰੇ ਵਿਆਹੁਕ ਹੋ ਰਹੇ ਸੀਗੇ। ਉਹਨਾਂ ਦਾ ਇੱਕ ਦਾਅ ਲੱਗਾ, ਉਹਨਾਂ ਨੇ ਝੂਠਾ ਕੇਸ ਬਣਾ ਕੇ ਸਾਡੇ ਮਨਜੀਤ ਧਨੇਰ ਤੇ ਪਹਿਲਾਂ ਸੈਸ਼ਨ 'ਚੋਂ, ਫਿਰ ਹਾਈ ਕੋਰਟ 'ਚੋਂ, ਹੁਣ ਸੁਪਰੀਮ ਕੋਰਟ 'ਚੋਂ ਸਜ਼ਾ ਬਰਕਰਾਰ ਰੱਖੀ ਹੈ। ਇਹ ਬਿਲਕੁਲ ਅਸੀਂ ਸਜ਼ਾ ਰੱਦ ਕਰਾਉਣ ਵਾਸਤੇ ਅਸੀਂ ਪਟਿਆਲੇ ਵੀ ਮੋਰਚਾ ਲਾਇਆ। ਲੰਮੇ ਸਮੇਂ ਤੋਂ 22 ਸਾਲਾਂ ਤੋਂ ਲੜਾਈ ਲੜ ਰਹੇ ਹਾਂ। ਅੱਜ ਅਸੀਂ ਮਤਲਬ ਉਹਨੂੰ ਵੱਡੇ ਕਾਫਲੇ ਦੇ ਰੂਪ 'ਚ 30 ਤਰੀਕ ਨੂੰ ਪੇਸ਼ ਕੀਤਾ ਸੀਗਾ। ਅੱਜ ਵੀ ਸਾਡਾ ਜਿਹੜਾ 30 ਤਰੀਕ ਤੋਂ ਲੈ ਕੇ ਇੱਥੇ ਮੋਰਚਾ ਲੱਗਾ, ਅੱਜ ਸਾਡੀ ਸਪਸ਼ਟ ਮੰਗ ਹੈ ਕਿ ਜੇ ਮਨਜੀਤ ਧਨੇਰ ਨੂੰ ਇਹਨੂੰ ਕੇਸ ਰੱਦ ਕਰਕੇ ਮਤਲਬ ਇੱਥੋਂ ਸਾਡੇ ਸਾਥੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਸਾਡਾ ਮੋਰਚਾ ਉਹਨਾਂ ਤੱਕ ਇੱਥੇ ਚੱਲੇਗਾ ਤੇ ਰਿਹਾਅ ਕਰਾ ਕੇ ਜੇਲ੍ਹ 'ਚੋਂ ਛੁਡਵਾ ਕੇ ਅਸੀਂ ਇੱਥੋਂ ਹਿੱਲਾਂਗੇ। ਤੁਸੀਂ ਮੁੱਖ ਆਗੂ ਹੋ, ਮਤਲਬ ਕਿ ਲੱਗਦਾ ਕਿ ਹਰ ਇੱਕ ਕਿਸਾਨ ਅੱਗੇ ਸੀਜ਼ਨ ਵੀ ਚੱਲ ਰਿਹਾ ਕਿਤੇ ਬਿਲਕੁਲ ਜੀ, ਸਾਨੂੰ ਪਤਾ ਸਾਡਾ ਸੀਜ਼ਨ ਵੀ ਆ, ਗਾਂ ਫਸਲਾਂ ਸਾਂਭਣੀਆਂ ਵੀ ਆ, ਅਸੀਂ ਫਸਲਾਂ ਵੀ ਸਾਂਭਾਂਗੇ, ਸੀਜ਼ਨ ਦੀ ਜਿਹੜੀ ਕਢਾਈ ਵਢਾਈ ਆ ਉਹ ਵੀ ਕਰਾਂਗੇ, ਪਰ ਅਸੀਂ ਉਹਦਾ ਮੋਰਚਾ ਬੰਦ ਨਹੀਂ ਕਰਾਂਗੇ। ਮੋਰਚਾ ਲਗਾਤਾਰ ਘੱਟ ਵੱਧ ਤਾਂ ਹੋ ਸਕਦਾ, ਸ਼ਕਲਾਂ ਬਦਲ ਸਕਦੀਆਂ, ਪਰ ਸਾਡਾ ਮੋਰਚਾ ਨਹੀਂ ਹਿੱਲੂਗਾ ਉਹਨਾਂ ਚਿਰ ਜਿੰਨਾ ਚਿਰ ਮਨਜੀਤ ਧਨੇਰ ਨੂੰ ਇਸ ਜੇਲ੍ਹ ਦੀਆਂ ਸੀਖਾਂ ਤੋਂ, ਕਿਉਂਕਿ ਉਹ ਬਿਲਕੁਲ ਸੱਚਾ, ਉੱਤੇ ਝੂਠਾ ਕੇਸ ਆ, ਨਜਾਇਜ਼ ਸਜ਼ਾ ਹੋਈ ਆ। ਇਹ ਅਸੀਂ ਕਿਸੇ ਹਾਲਤ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਇੱਕ ਸੱਚੇ ਬੰਦੇ ਨੂੰ ਝੂਠਾ ਕੇਸ ਬਣਾ ਕੇ ਜੇਲ੍ਹਾਂ ਦੇ ਅੰਦਰ ਡੱਕਿਆ ਜਾਵੇ। ਸਾਡਾ ਮਨਜੀਤ ਧਨੇਰ ਆ ਜਿਹਦੇ ਕੋਈ ਵੀ ਬਿਲਕੁਲ ਨਿਰਦੋਸ਼ ਆ, ਕੋਈ ਉਹਦੇ ਤੇ ਉਂਗਲ ਨਹੀਂ ਧਰ ਸਕਦਾ, ਉਹਦੇ ਬਾਰੇ ਸਰਕਾਰ ਚੁੱਪ ਬੈਠੀ ਆ। ਅਸੀਂ ਇਹ ਚੁੱਪ ਤੋੜਾਂਗੇ, ਉਹਨਾਂ ਚਿਰ ਮੋਰਚਾ ਨਹੀਂ ਪੱਟਾਂਗੇ ਜਿੰਨਾ ਸਾਡਾ ਮਨਜੀਤ ਅੰਦਰੋਂ ਨਹੀਂ ਕੱਢਣਗੇ। ਧਰਨੇ ਤੇ ਬੈਠੇ ਸਾਰੇ ਸੰਘਰਸ਼ੀ ਲੋਕਾਂ ਲਈ ਲੰਗਰ ਪਾਣੀ, ਦਵਾਈ ਅਤੇ ਸੌਣ ਲਈ ਬਿਸਤਰੇ ਆਦਿ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ। ਧਰਨੇ ਤੇ ਬੈਠੇ ਸਾਰੇ ਯੂਨੀਅਨ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਨਜੀਤ ਸਿੰਘ ਧਨੇਰ ਨੂੰ ਰਿਹਾਈ ਨਹੀਂ ਦਿੱਤੀ ਜਾਂਦੀ ਅਤੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੋਂ ਮਨਜੀਤ ਬਾਹਰ ਨਹੀਂ ਆਉਂਦਾ, ਉਦੋਂ ਤੱਕ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ। ਦੇਖੋ ਜੀ, ਇਹ ਧਰਨਾ 30 ਤਰੀਕ ਨੂੰ ਜਦੋਂ ਅਸੀਂ ਐਲਾਨਿਆ ਸੀ, ਅਸੀਂ ਜਦੋਂ ਮਨਜੀਤ ਧਨੇਰ ਨੂੰ ਪੇਸ਼ ਕੀਤਾ, ਉਹਨੂੰ ਜੇਲ੍ਹ 'ਚ ਭੇਜਤਾ, ਉਸ ਤੋਂ ਬਾਅਦ ਇਹ ਲਗਾਤਾਰ ਧਰਨੇ ਦਾ ਅਸੀਂ ਐਲਾਨ ਕੀਤਾ ਸੀ ਵੀ ਅਸੀਂ ਲਗਾਤਾਰ ਧਰਨਾ ਲਾਵਾਂਗੇ। ਇਹ ਲਗਾਤਾਰ ਹੀ ਚੱਲਦਾ ਰਹੂਗਾ ਜਿੰਨਾ ਚਿਰ ਮਨਜੀਤ ਧਨੇਰ ਦਾ ਕੋਈ ਫੈਸਲਾ ਨਹੀਂ ਹੁੰਦਾ ਪੰਜਾਬ ਸਰਕਾਰ ਦਾ। ਦੇਖੋ ਜੀ, ਸਾਨੂੰ ਤਾਂ ਇਹ ਪਤਾ ਹੈ, ਸਾਨੂੰ ਇਹ ਤੁਸੀਂ ਦੇਖ ਰਹੇ ਹੋ, ਅਸੀਂ ਨਾ ਸ਼ਹਿਰ ਦੇ ਕਿਸੇ ਸ਼ਹਿਰੀ ਨੂੰ ਨਾ ਕਿਸੇ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਕਿਸਾਨ ਦਾ ਕਿਸੇ ਨਾਲ ਵੀ ਕਿਸੇ ਪ੍ਰਕਾਰ ਦੀ ਰੰਜਿਸ਼ ਨਹੀਂ ਸੀ, ਜਿਸ ਦੇ ਚੱਲਦਿਆਂ ਹਮਲੇ ਦੀ ਵਜ੍ਹਾ ਸਪਸ਼ਟ ਨਹੀਂ ਹੋਈ। ਬਾਕੀ ਪੁਲਿਸ ਬਰੀਕੀ ਨਾਲ ਨਹੀਂ ਬਾਕੀ ਕਿਤਾ ਰਿਪੀਟ ਬਟਾਲਾ ਦੇ ਅਧੀਨ ਪੈਂਦੇ ਬਿੱਜੂਆਂ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ 2 ਮੋਟਰਸਾਈਕਲ ਤੇ ਸਵਾਰ
4 ਅਗਿਆਤ ਦਰਿੰਦਿਆਂ ਨੇ ਇੱਕ ਕਿਸਾਨ ਨੂੰ ਉਸਦੇ ਘਰ ਦੇ ਬਾਹਰ ਬੁਲਾ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੇ ਪਰਿਵਾਰ ਅਨੁਸਾਰ ਕਿਸਾਨ ਦੀ ਕਿਸੇ ਨਾਲ ਕੋਈ ਵੀ ਰੰਜਿਸ਼ ਨਹੀਂ ਸੀ, ਜਿਸਦੇ ਚੱਲਦਿਆਂ ਹਮਲੇ ਦੀ ਵਜ੍ਹਾ ਸਪਸ਼ਟ ਨਹੀਂ ਹੋ ਪਾਈ। ਬਾਕੀ ਪੁਲਿਸ ਵੱਲੋਂ ਬਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਮੇਰਾ ਨਾਮ ਬੁੱਢਾ ਸਿੰਘ ਜੀ। ਮੈਂ ਆਪਣੇ ਬਰਾਂਡੇ 'ਚ ਮੰਜੀ ਡਾ ਕੇ ਸੌਣ ਲੱਗਾ, ਪਾਠ ਕਰਕੇ ਬਾਹਰ ਨਿਕਲਿਆ ਜੇ ਹੋਏ ਚਾਂਗਾਂ ਨਾਲ ਵੱਜੀਆਂ ਤੇ ਮੈਂ ਇਹਦੇ ਕੋਲ ਆਇਆ ਤੇ ਜੇ ਵੇਲੇ ਗਲੀਆਂ ਖੜਾਕ ਹੋਇਆ ਰਫਲ ਦਾ, 2 ਗੋਲੀਆਂ ਮਾਰੀਆਂ ਉਹਨਾਂ ਤੇ ਬੰਦਾ ਉਸ ਵੇਲੇ ਫਰਾਰ ਹੋ ਗਿਆ। ਅਣਪਛਾਤੇ ਬੰਦੇ ਹੀ ਮੇਰੇ ਕੋਲ ਪਛਾਣੇ ਨਹੀਂ ਗਏ। ਇੱਕ ਬੰਦਾ ਮੈਂ ਜਾਂਦਾ ਵੇਖਿਆ, ਮੇਰੇ ਕੋਲ ਵੀ ਪਛਾਣਿਆ ਨਹੀਂ। ਕੋਈ ਕਾਰਨ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ, ਬਿਲਕੁਲ ਕੋਈ। ਮੇਰੇ ਚਾਚੇ ਦਾ ਪੁੱਤ ਸੀਗਾ। 8:30 ਬੰਦਾ ਇੱਕ ਬਾਹਰ ਗੇਟ 'ਚ ਉਹਨਾਂ ਆਵਾਜ਼ ਮਾਰੀ, ਗੇਟ ਖੋਲ੍ਹ ਕੇ ਬਾਰੀ ਖੋਲ੍ਹ ਕੇ ਗਿਆ। ਘਰ ਦੇ ਅੰਦਰ ਨਹੀਂ ਗਏ, ਬਾਹਰ ਹੀ ਬੰਦੇ ਜੇ ਹੋਏ ਗੇਟ ਖੋਲ੍ਹਿਆ ਉਸੇ ਬਾਹਰ ਲੈ ਕੇ ਪਤਾ ਨਹੀਂ 2 ਆਏ, ਰੱਬ ਜਾਣੇ ਕਿੰਨੇ, ਸਾਨੂੰ ਇੰਨਾ ਵੀ ਨਹੀਂ ਪਤਾ। ਮੈਨੂੰ ਤਾਂ ਉਦੋਂ ਪਤਾ ਲੱਗ ਗਿਆ ਚੀਕਾਂ ਮਾਰਨਾ। ਕੋਈ ਰੰਜਿਸ਼ ਵਗੈਰਾ ਵੀ ਗਏ? ਹਾਂਜੀ, ਕੋਈ ਰੰਜਿਸ਼ ਵਗੈਰਾ ਵੀ ਗਏ? ਨਹੀਂ, ਬਿਲਕੁਲ ਆਪਣੇ ਕੰਮ ਕਰਦਾ ਸੀ। 6-7 ਕਿੱਲੇ ਜ਼ਮੀਨ, 6 ਕਿੱਲੇ ਵਾਹੀ ਕਰਦਾ ਸੀ ਆਪਣੇ। ਰੋਟੀ ਖਾ ਕੇ ਬਾਹਰ ਬਰਾਂਡੇ 'ਚ ਬੈਠਾ ਸੀ, ਉੱਥੋਂ ਜਿਹੜੇ ਗੇਟ ਖੋਲ੍ਹਿਆ ਬਾਹਰ ਗਿਆ ਵੀ ਕੌਣ ਬੰਦਾ, ਮਤਲਬ ਕੋਈ ਸੱਜਣ ਬੇਲੀ ਨਾ ਹੋਵੇ, ਉਹਨਾਂ ਬਾਹਰ ਦੇ ਗਿਆ। ਜੀ ਸਰ, ਕੀ ਸਾਰਾ ਮਾਮਲਾ ਰਾਤ ਦਾ ਮਰਡਰ ਹੋਇਆ? ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਗਵੰਤ ਸਿੰਘ ਸਨ ਆਫ ਚੰਨਨ ਸਿੰਘ ਬਾਹਰ ਖੇਤਾਂ 'ਚ ਘਰ ਬਣਾ ਕੇ ਰਹਿੰਦੇ ਨੇ, ਉੱਥੇ ਕੋਈ ਬੰਦੇ ਆਏ ਨੇ ਤੇ ਮੈਨੂੰ ਅੰਦਰੋਂ ਆਵਾਜ਼ ਮਾਰੀ ਹੈ ਕਿ ਬਾਹਰ ਆਇਆ, ਗੋਲੀਆਂ ਮਾਰੀਆਂ ਨੇ, ਕੁਝ ਤਿੱਖੇ ਹਥਿਆਰਾਂ ਨਾਲ ਵਾਰ ਕਰਕੇ ਕੁਛ ਕਾਰਨ ਪਤਾ ਲੱਗ ਸਕਿਆ ਹੁੰਦਾ ਤਾਂ ਕੀ ਕਾਰਨ? ਅਸੀਂ ਤਫਤੀਸ਼ ਕਰ ਰਹੇ ਹਾਂ, ਦੇਖ ਰਹੇ ਹਾਂ। ਪੋਸਟਮਾਰਟਮ ਹੁਣ ਕਰਵਾਇਆ, ਐਕਸਰੇ ਰਿਪੋਰਟਾਂ ਉਹਦੀਆਂ ਕਰਾਈਆਂ ਨੇ। ਬਾਕੀ ਤਫਤੀਸ਼ ਅਸੀਂ ਲੱਗੇ ਹੋਏ ਹਾਂ। ਜਿੰਨੀ ਦੇਰ ਤੱਕ ਅਸੀਂ ਕਿਸੇ ਸਹੀ ਮੰਜ਼ਿਲ ਤੇ ਨਹੀਂ ਪਹੁੰਚਦੇ ਉਨੀ ਦੇਰ ਕੋਈ ਵੀ ਗੱਲ ਕਹਿਣੀ ਜਿਹੜੀ ਆ ਉਹ ਵਾਜਬ ਨਹੀਂ। ਕਿਹੜੀ ਧਾਰਾ ਹੁੰਦਾ ਸਰ? ਅਸੀਂ ਇਹ ਧਾਰਾ 302, 34, 25, 27, 54, 59 ਸੈਕਸ਼ਨਾਂ ਦੇ। ਕਿੰਨੇ ਬੰਦੇ ਨੇ ਟੋਟਲ? ਬੰਦੇ ਵੇਖੋ 2 ਤੋਂ 4 ਬੰਦੇ ਹੋ ਸਕਦੇ ਨੇ, ਕਿਉਂਕਿ 2 ਮੋਟਰਸਾਈਕਲਾਂ ਦਾ ਪਤਾ ਲੱਗਾ, ਮੋਟਰਸਾਈਕਲਾਂ ਤੇ ਆਏ ਨੇ ਤੇ 2 ਮੋਟਰਸਾਈਕਲ ਨੇ, ਤੇ ਜੇ 2 ਮੋਟਰਸਾਈਕਲ ਹੁੰਦੇ ਨੇ ਤੇ ਮੈਨੂੰ ਕੋਈ 4 ਬੰਦੇ ਹੋਣਗੇ, 4 ਹੋ ਸਕਦੇ ਨੇ, 5 ਹੋ ਸਕਦੇ ਨੇ। ਇਹ ਅਜੇ ਸਾਨੂੰ ਐਗਜ਼ੈਕਟ ਕਲੀਅਰ ਨਹੀਂ ਹੈ, ਸਾਨੂੰ ਸਮਝ ਆ ਜਾਏਗੀ ਗੱਲ ਫਿਰ ਤੁਹਾਨੂੰ। ਇਹ ਸਨ ਹੁਣ ਤੱਕ ਦੀਆਂ ਤਾਜ਼ਾ ਖਬਰਾਂ। ਤਾਜ਼ਾ ਤਰੀਨ ਖਬਰਾਂ ਦੇ ਨਾਲ ਫਿਰ ਮਿਲਾਂਗੇ, ਤਦ ਤੱਕ ਲਈ ਮੈਨੂੰ ਦਿਆ ਗਿਆ ਸਤਿ ਸ੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।